हेलो एवरीवन, आज ਆਪਾਂ बीएड सेकेंड ਸਮੈਸਟਰ मैथमैटिक्स ਦਾ यूनिट 1 ਦਾ फर्स्ट चैप्टर ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ यूनिट प्लानिंग। क्वेश्चन है डिस्कस द मीनिंग एंड करैक्टरिस्टिक्स ऑफ यूनिट प्लानिंग। ਜਦੋਂ कोई भी क्वेश्चन ਆਪਾਂ अटैम्प्ट करना है सब तो पहले ਆਪਾਂ ਉਹਦੀ इंट्रोडक्शन देनी है। ठीक है, इंट्रोडक्शन 'ਚ ਆਪਾਂ प्लानिंग बारे गल कर सकते हैं। प्लानिंग इज़ the most important task to complete any type of work successfully। planning ਜਦੋਂ ਆਪਾਂ ਕੋਈ ਵੀ ਕੰਮ ਸਕਸੈਸਫੁਲੀ ਪੂਰਾ ਕਰਨਾ ਹੈ ਪਲੈਨਿੰਗ ਉਹਦੇ ਲਈ ਬਹੁਤ ਜ਼ਰੂਰੀ ਹੈ। ਮਤਲਬ ਯੋਜਨਾ ਬਣਾਉਣੀ ਉਹਦੇ ਲਈ ਬਹੁਤ ਜ਼ਰੂਰੀ ਹੈ ਵੀ ਆਪਾਂ ਕਿਹੜਾ ਕੰਮ ਕਿਵੇਂ ਕਰਨਾ ਹੈ। ਇਟ ਹੈਲਪਸ ਇਨ ਅਚੀਵਿੰਗ ਦੀ ਏਮਸ ਐਂਡ ਆਬਜੈਕਟਿਵ ਆਫ ਵਰਕ ਇਨ ਪ੍ਰੋਪਰ ਵੇ। ਆਪਾਂ ਨੂੰ ਪਲੈਨਿੰਗ ਹੈ ਜਿਹੜੀ ਏਮਸ ਤੇ ਆਬਜੈਕਟਿਵ ਅਚੀਵ ਕਰਨ ਵਿੱਚ ਹੈਲਪ ਕਰਦੀ ਹੈ। Planning also helps in proper utilization of time and energy of human and material resources। मतलब planning ਦੇ ਨਾਲ ਆਪਾਂ ਨੂੰ ਟਾਈਮ ਤੇ એનર્ਜੀ ਆਪਾਂ ਕਿਵੇਂ ਯੂਟਿਲਾਈਜ਼ ਕਰਨੀ ਹੈ ਉਹਦੇ ਵਿੱਚ ਹੈਲਪ ਮਿਲਦੀ ਹੈ। ਮਟੀਰੀਅਲ ਰਿਸੋਰਸਿਸ ਉਹ ਹੁੰਦੇ ਆ ਜਿਵੇਂ ਕਿ ਚਾਰਟ ਮਾਡਲ ਵਗੈਰਾ, ਇਹ ਆਪਾਂ ਕਿੰਨੇ ਟਾਈਮ ਯੂਜ਼ ਕਰਨੇ ਹੈ ਕਿਵੇਂ ਯੂਜ਼ ਕਰਨੇ ਆ ਆਪਾਂ ਪਹਿਲਾਂ ਤੋਂ ਪਲਾਨ ਕਰਾਂਗੇ ਤਾਂ ਆਪਾਂ ਨੂੰ ਬੈਟਰ ਰਹੂਗਾ। ਠੀਕ ਹੈ, ਟੀਚਰਸ ਹੂ ਪਲਾਨ देयर वर्क प्रॉपरली आर मोर इफेक्टिव इन टीचिंग। ਜਿਹੜੇ ਆਪਣਾ ਪਲਾਨ ਮਤਲਬ ਪਹਿਲਾਂ ਤੋਂ ਪਲਾਨ ਕਰਦੇ ਆ ਵੀ ਉਹਨਾਂ ਨੇ ਕੀ ਪੜ੍ਹਾਉਣਾ ਹੈ ਉਹ ਬਹੁਤ ਇਫੈਕਟਿਵ ਰਹਿੰਦੇ ਆ ਪੜ੍ਹਾਉਣ ਦੇ ਵਿੱਚ। ਸਪੈਸ਼ਲੀ ਅ ਮੈਥਮੈਟਿਕਸ ਟੀਚਰ ਸ਼ੁੱਡ ਫੋਕਸ ਔਨ ਵਾਈਜ਼ ਪਲੈਨਿੰਗ ਆਫ ਟੀਚਿੰਗ ਐਂਡ ਇੰਸਟਰਕਸ਼ਨਲ ਵਰਕ ਵਿਚ ਸ਼ੁੱਡ ਬੀ ਕੈਰੀਡ ਆਊਟ ਅਲੋਂਗ ਵਿਦ ਸਟੂਡੈਂਟ ਡਿਊਰਿੰਗ ਦੀ ਹੋਲ ਟੀਚਿੰਗ ਸੈਸ਼ਨ। ਮਤਲਬ ਜਿਹੜੇ ਮੈਥ ਦੇ ਟੀਚਰ ਹੁੰਦੇ ਆ ਉਹਨਾਂ ਨੂੰ ਬਹੁਤ ਧਿਆਨ ਨਾਲ ਪਲੈਨਿੰਗ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੀ ਉਹਨਾਂ ਨੇ ਪਲੈਨਿੰਗ ਕੀਤੀ ਹੋਏਗੀ ਉਹਨਾਂ ਦੇ ਪੂਰੇ ਟੀਚਿੰਗ ਸੈਸ਼ਨ ਵਿੱਚ ਉਹੀ ਪਲੈਨਿੰਗ ਚੱਲੇਗੀ। ਠੀਕ ਹੈ, दस प्लैनिंग इज़ वेरी इंपॉर्टेंट फॉर टीचर्स। प्लैनिंग जी है टीचर्स लिए बहुत ज़्यादा ज़रूरी है। उस तो बाद अपना आ जाता है मीनिंग ऑफ यूनिट प्लैनिंग। यूनिट प्लैनिंग इज़ अ सिस्टमैटिक एंड ऑर्गेनाइज्ड प्लान प्रिपेयर्ड बाय टीचर टू टीच अ कंप्लीट यूनिट ऑफ सिलेबस इन एन इफेक्टिव वे। यूनिट प्लैनिंग टीचर वालों तैयार की गई प्लैनिंग होंदी है जिसका मेन मोटिव होंदा है बच्चे नूं ਵਧੀਆ ਤਰੀਕੇ ਨਾਲ ਸਿਲੇਬਸ ਦੀ ਇੱਕ ਯੂਨਿਟ ਨੂੰ ਸਿਖਾਉਣਾ। ਠੀਕ ਹੈ, ਉਹਦੇ ਵਿੱਚ ਟੀਚਰ ਪਹਿਲਾਂ ਤੋਂ ਤਿਆਰ ਕਰਦਾ ਉਹਨੇ ਕੀ ਪੜ੍ਹਾਉਣਾ ਹੈ ਕੀ ਸਿਖਾਉਣਾ ਹੈ ਕਿੰਨੇ ਟਾਈਮ 'ਚ ਕਰਾਉਣਾ ਹੈ ਕਿਸ ਵੇ ਨਾਲ ਕਰਾਉਣਾ ਹੈ ਸਭ ਕੁਝ। ਮੈਥਮੈਟਿਕਸ 'ਚ ਜੇ ਆਪਾਂ ਗੱਲ ਕਰੀਏ ਇਨ ਮੈਥਮੈਟਿਕਸ ਯੂਨਿਟ ਪਲੈਨਿੰਗ ਮੀਨਸ ਪਲੈਨਿੰਗ ਆਬਜੈਕਟਿਵਸ content, methods, teaching aids, activities, time and evaluation for the full mathematical unit such as algebra, geometry, etc. before teaching it in the class। मैथ ਵਿੱਚ ਜਦੋਂ ਵੀ ਯੂਨਿਟ ਪਲਾਨ ਕਰਦੇ ਆ ਠੀਕ ਹੈ ਉਹਦੇ 'ਚ ਪਲਾਨ ਕਰਦੇ ਆ ਵੀ ਕੀ ਆਬਜੈਕਟਿਵ ਹੋਣਗੇ, ਕੰਟੈਂਟ ਕੀ ਹੋਏਗਾ, ਮੈਥਡਸ ਕਿਹੜੇ ਯੂਜ਼ ਕਰਨੇ ਆ। ਜਿਵੇਂ ਕਿ ਮੈਥ ਵਿੱਚ ਹਰੇਕ ਟੌਪਿਕ ਦੇ ਹਿਸਾਬ ਨਾਲ ਮੈਥਡ ਯੂਜ਼ ਕੀਤੇ ਜਾਂਦੇ ਆ। ਠੀਕ ਹੈ, ਕੋਈ प्रॉब्लम सॉल्विंग मैथड भी हो सकता है, इंडक्टिव डिडक्टिव भी हो सकता है, वो चूज़ करने। टीचिंग एड्स किहड़े वरतने हैं जिवें कि चार्ट मॉडल वगैरह एक्टिविटीज़ दे राही जे कोई आपां टॉपिक बच्चे नूं एक्टिविटी दे राही सिखा सकते हैं तो आपां उहदे नाल कोशिश करांगे। टाइम किन्ना लैना आपां इनू कवर करन विच भी आपां पहलां तो प्लान करते हैं। एंड इवैल्यूएशन फॉर अ फुल मैथमैटिकल यूनिट सच एज अलजैबरा, ज्योमैट्री एक्सैक्ट्रा। ਆਪਾਂ ਜਦੋਂ ਵੀ ਕੋਈ ਯੂਨਿਟ ਨੂੰ ਖ਼ਤਮ ਕਰਦੇ ਹਾਂ ਜਿਵੇਂ ਕਿ ਜੇ ਉਹ ਅਲਜੈਬਰਾ ਦੀ ਯੂਨਿਟ ਹੈ ਜਾਂ ਜਿਓਮੈਟਰੀ ਦੀ ਯੂਨਿਟ ਹੈ ਆਪਾਂ ਇਹ ਦੇਖਣਾ ਵੀ ਹੁੰਦਾ ਵੀ ਬਾਅਦ 'ਚ ਬੱਚੇ ਨੂੰ ਕਿੰਨੀ ਕੁ ਸਮਝ ਲੱਗੀ ਹੈ। ਆਪਾਂ ਉਹਨਾਂ ਦੇ ਟੈਸਟ ਵੀ ਲੈ ਸਕਦੇ ਹਾਂ, ਉਹਨਾਂ ਤੋਂ ਕੁਐਸਚਨ ਕਢਵਾ ਵੀ ਸਕਦੇ ਹਾਂ। ਠੀਕ ਹੈ, ਆਪਾਂ ਚੈੱਕ ਕਰਾਂਗੇ ਬੱਚੇ ਨੂੰ ਕਿੰਨਾ ਪਤਾ ਲੱਗਿਆ। ਠੀਕ ਹੈ, ਇਹ ਆਪਾਂ ਕਲਾਸ ਵਿੱਚ ਟੀਚ ਕਰਨ ਤੋਂ ਪਹਿਲਾਂ ਸਾਰਾ ਕੁਝ ਪਲਾਨ ਕਰਾਂਗੇ ਵੀ ਆਪਾਂ ਕੀ ਕੀ ਪੁੱਛਣਾ ਹੈ, ਕਿਹੜਾ ਮੈਥਡ ਵਰਤਣਾ ਹੈ, कंटेंट की होएगा, किहड़ी एड्स वरतने, किहड़ी एक्टिविटी करवानी, कितना टाइम, सब कुछ। ठीक है, उस तो बाद जो भी आप कोई मीनिंग वगैरह लिखते हैं ठीक है ਆਪਾਂ ਇਹਦੇ ਵਿੱਚ ਆਪਾਂ ਡੈਫੀਨੇਸ਼ਨ ਵੀ ਐਡ ਕਰ ਸਕਦੇ ਹਾਂ ਕਿਸੇ ਵੀ ਰਾਈਟਰ ਦੀ ਜਿਵੇਂ ਤੁਹਾਡੀ ਬੁੱਕ ਵਿੱਚ ਜਿਹੜੀ ਵੀ ਹੋਏਗੀ ਤੁਸੀਂ ਉਸ ਅਕੋਰਡਿੰਗ ਕਰ ਸਕਦੇ ਹੋ। ਠੀਕ ਹੈ, ਅਕੋਰਡਿੰਗ ਟੂ ਵਿਸਲੇ the unit is an organized body of information and experience designed to effect a significant outcome for the learner। ठीक है, ਵਿਸਲੇ ਵੱਲੋਂ ਕਿਹਾ ਗਿਆ ਵੀ ਜਿਹੜੀ ਯੂਨਿਟ ਪਲੈਨਿੰਗ ਹੈ ਕਿ ਆਰਗੇਨਾਈਜ਼ਡ ਬਾਡੀ ਆਫ ਇਨਫੋਰਮੇਸ਼ਨ ਮਤਲਬ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਵੀ ਤੁਸੀਂ ਕਿਵੇਂ ਪੜ੍ਹਾਉਣਾ ਹੈ। ਠੀਕ ਹੈ, ਅਤੇ ਆਪਣਾ ਐਕਸਪੀਰੀਅੰਸ ਵੀ ਲਿਖਿਆ ਹੁੰਦਾ, ਡਿਜ਼ਾਈਨ ਕੀਤਾ ਹੁੰਦਾ ਪ੍ਰੋਪਰਲੀ ਵੀ ਕਿਵੇਂ ਪੜ੍ਹਾਉਣਾ ਹੈ ਇਫੈਕਟਿਵ ਵੇ 'ਚ ਮਤਲਬ ਬੱਚੇ ਨੂੰ ਸਮਝ ਲੱਗ ਜੇ ਉਸ ਵੇ 'ਚ ਪਹਿਲਾਂ ਤੋਂ ਤਿਆਰ ਕੀਤਾ ਜਾਂਦਾ ਹੈ। ਠੀਕ ਹੈ, ਸਿੰਪਲ ਲੈਂਗੁਏਜ 'ਚ ਗੱਲ ਕਰੀਏ ਯੂਨਿਟ ਪਲੈਨਿੰਗ ਇਨ ਮੈਥਮੈਟਿਕਸ ਮੇ ਬੀ ਡਿਫਾਈਨਡ ਐਜ਼
systematic plan prepared by the teacher for teaching a specific mathematics unit, mentioning the ways and meanings of providing learning experience so that the teaching learning objectives are properly achieved. ਯੂਨਿਟ ਪਲੈਨਿੰਗ ਇਨ ਮੈਥਮੈਟਿਕਸ ਦਾ ਮਤਲਬ ਇਹੀ ਹੈ ਵੀ ਆਪਾਂ ਇੱਕ ਸਿਸਟਮੈਟਿਕ ਪਲਾਨ ਬਣਾ ਲਿਆ ਵੀ ਆਪਾਂ ਕਿਵੇਂ ਕਿਵੇਂ ਬੱਚੇ ਨੂੰ ਪੜ੍ਹਾਉਣਾ ਹੈ। ਉਹ ਟੀਚਰ ਪਹਿਲਾਂ ਬਣਾ ਲੈਂਦਾ ਵੀ ਉਹਨੇ ਯੂਨਿਟ ਵਿੱਚ ਕਿਵੇਂ ਪੜ੍ਹਾਉਣਾ ਹੈ, ਪਹਿਲਾਂ ਕੀ ਕਰਾਉਣਾ ਹੈ, ਬਾਅਦ 'ਚ ਕੀ ਕਰਾਉਣਾ ਹੈ, ਵੇਜ਼ ਮੈਂਸ਼ਨ ਕਰਦਾ ਵੀ ਕਿਹੜੇ ਕਿਹੜੇ ਤਰੀਕੇ ਨਾਲ ਪੜ੍ਹਾਉਣਾ ਹੈ। ਠੀਕ ਹੈ, ਅਤੇ ਇਹਦੇ ਨਾਲ ਕੀ ਹੈ, ਜੋ ਬੱਚੇ ਨੂੰ ਆਪਾਂ ਸਿਖਾਉਣਾ ਚਾਹੁੰਦੇ ਹਾਂ ਉਹ ਬੱਚਾ ਸਿੱਖ ਸਕਦਾ ਹੈ ਜੇ ਆਪਾਂ ਪਹਿਲਾਂ ਤੋਂ ਤਿਆਰ ਕੀਤਾ ਹੋਊਗਾ ਵੀ ਆਪਾਂ ਕਿਵੇਂ ਕਿਵੇਂ ਸਿਖਾਉਣਾ। ਉਸ ਤੋਂ ਬਾਅਦ ਆ ਜਾਂਦੇ ਆ ਕਰੈਕਟਰਿਸਟਿਕਸ। ਠੀਕ ਹੈ, ਕਰੈਕਟਰਿਸਟਿਕਸ ਆਫ ਯੂਨਿਟ ਪਲੈਨਿੰਗ। ਜਦੋਂ ਆਪਾਂ ਕੋਈ ਪੁਆਇੰਟਸ ਵਾਲੀ ਚੀਜ਼ ਲਿਖਣੀ ਹੁੰਦੀ ਹੈ, ਆਪਾਂ ਕੋਸ਼ਿਸ਼ ਕਰਨੀ ਉਹਦੇ 'ਚ ਆਪਾਂ ਫਲੋ ਚਾਰਟ ਬਣਾਉਣਾ ਹੈ। ਠੀਕ ਹੈ, ਇਹ ਪਲੱਸ ਪੁਆਇੰਟ ਹੁੰਦਾ। ਇੱਕ ਤਾਂ ਇਹ ਮਤਲਬ ਸਪੇਸ ਕਾਫੀ ਘੇਰ ਲੈਂਦਾ, ਆਪਣਾ ਕੁਐਸਚਨ ਲੰਬਾ ਹੋ ਜਾਂਦਾ। ਇੱਕ ਹੈ ਇਹਦੇ ਨਾਲ ਵੀ ਆਪਣੇ ਮਾਰਕਸ ਇਨਕਰੀਜ਼ ਹੋ ਜਾਂਦੇ ਆ। ਠੀਕ ਆ, ਜਿਵੇਂ ਕਰੈਕਟਰਿਸਟਿਕਸ ਆਫ ਯੂਨਿਟ ਪਲੈਨਿੰਗ, ਇਹ ਆਪਣਾ ਇੱਕ ਫਲੋ ਚਾਰਟ ਹੈ। ਇਹਦੇ ਪੁਆਇੰਟਸ ਆ ਗਏ proper time management, meaningful and complete, provision for evaluation based on objectives, consideration of learner needs, division of syllabus, flexibility, logical and systematic arrangement, selection of TLM। ठीक है, आ सारे पॉइंट्स हो गए। हुण आपां इन्हां पॉइंट्स नूं एक्सप्लेन करांगे। अपना फर्स्ट पॉइंट आ जाता है मीनिंगफुल एंड कंप्लीट। A unit is a complete subdivision of the syllabus capable of providing rich and meaningful experience to the student। ਜਿਹੜੀ ਯੂਨਿਟ ਹੁੰਦੀ ਹੈ ਇੱਕ ਸਬ ਡਿਵੀਜ਼ਨ ਕੀਤੀ ਹੁੰਦੀ ਹੈ ਸਿਲੇਬਸ ਦੀ ਆਪਾਂ ਇਹਦੇ ਵਿੱਚ, ਹੈ ਨਾ। ਬੱਚੇ ਚੰਗੇ ਤਰੀਕੇ ਨਾਲ ਸਿੱਖ ਸਕਦੇ ਆ। ਠੀਕ ਹੈ, ਉਹਨਾਂ ਨੂੰ ਇੱਕ ਮੀਨਿੰਗਫੁਲ ਐਕਸਪੀਰੀਅੰਸ ਮਿਲ ਜਾਂਦਾ ਜੇ ਆਪਣੀ ਪਹਿਲਾਂ ਤੋਂ ਪਲੈਨਿੰਗ ਹੋਈ ਹੋਊਗੀ। अपना सेकेंड पॉइंट है बेस्ड ऑन ऑब्जेक्टिव्स। यूनिट प्लानिंग गिव्स प्रॉपर इंपॉर्टेंस टू द टीचिंग लर्निंग ऑब्जेक्टिव्स। The objectives are written in simple and clear behavioral terms such as understanding concepts, solving problems and developing skill in mathematics। यूनिट प्लानिंग जी है मेनली बेस्ड होंगी है ऑब्जेक्टिव से। इहदे च ऑब्जेक्टिव बहुत ज़्यादा मैटर करते हैं। ठीक है, ऑब्जेक्टिव है जिहड़े सिंपल लैंगुएज से लिखे होंगे हैं। क्लीयर बिहेवियरल टर्म्स होंगे हैं जिवें कि अंडरस्टैंडिंग कंसैप्ट, सॉल्विंग प्रॉब्लम्स, डिवेलपिंग स्किल इन मैथमैटिक्स। ये चीज़ां बच्चों नूं सिखानियां। थर्ड पॉइंट अपना आ जाता डिवीजन ऑफ सिलेबस। द सिलेबस इज डिवाइडेड इंटू यूनिट्स एंड सब यूनिट्स, ईच सब यूनिट बीइंग सूटेबल फॉर वन क्लासरूम पीरियड ऑफ 35 to 40 मिनट्स। मतलब जो अपना सिलेबस है वो यूनिट्स से सब यूनिट्स से डिवाइड होंदा। जिहड़ी हर एक सब यूनिट है वो एक क्लासरूम पीरियड के लिए सूटेबल होनी चाहिए है, जो कि ऑलमोस्ट 35 to 40 मिनट्स का एक पीरियड होंदा। वो सब यूनिट उन्ने टाइम च पूरी होनी चाहिए है। ये आप पहला तो प्लान कर लेने उस हिसाब नाल। फोर्थ पॉइंट कंसीडरेशन ऑफ लर्नर नीड्स। वाइल प्लानिंग यूनिट्स ड्यू कंसीडरेशन इज गिवन टू एज ऑफ स्टूडेंट्स, इंटरस्ट, नीड्स, एबिलिटी, लैवल ऑफ अंडरस्टैंडिंग। जो आप प्लान करते हैं आप इन्हां चीज़ों का ध्यान रखते हैं। बच्चों की उम्र कितनी है, आप उस हिसाब नाल पढ़ाना है, किस चीज़ च इंटरस्ट है, की लोड़ां, एबिलिटीज़, उन्हां दा लैवल, उन्हां दा पद्धर की है अंडरस्टैंड करन च समझण च। ठीक है, अपना फिफ्थ पॉइंट आ जाता है लॉजिकल एंड सिस्टमैटिक। द सब्जेक्ट मैटर इज अरेंज्ड इन अ लॉजिकल, सिक्वेंशियल एंड सिस्टमैटिक मैनर, इंश्योरिंग कॉन्टीन्यूटी एंड कोरिलेशन अमंग डिफरेंट यूनिट्स। मतलब जो अपना प्लानिंग की होंगी है सबजैक्ट मैटर आप इस तरह अरेंज करते हैं लॉजिकल वे, सिक्वेंशियल तो सिस्टमैटिक मैनर च आप अरेंज करते हैं, जिहदे नाल की है जिहड़ियां डिफरेंट डिफरेंट यूनिट्स होंदियां उन्हां च कॉन्टीन्यूटी आ जाती है तो आपसी मतलब रिलेशन बनिया रहता है। 6 पॉइंट आ जाता है प्रॉपर टाइम डिस्ट्रीब्यूशन। यूनिट प्लानिंग इंक्लूड्स प्रॉपर डिस्ट्रीब्यूशन ऑफ टाइम फॉर ईच यूनिट एंड सब यूनिट ऑफ मैथमेटिक्स। द टीचर प्लान इन एडवांस हाउ मैनी periods are needed for every topic, keeping in mind the number of working days and available periods. This helps in completing the syllabus on time। मतलब कहते हैं यूनिट प्लानिंग विच आपां डिस्ट्रीब्यूशन करते हैं टाइम की, किन्ने टाइम च आपां यूनिट खत्म करनी है, सब यूनिट खत्म करनी है। टीचर पहलां तो ही प्लान कर लैंदा, उहदे कोल मतलब टॉपिक के हिसाब नाल ध्यान च रखदा भी उहदे कोल किन्ने वर्किंग डेज है, किन्ने अवेलेबल पीरियड्स है। ठीक है, उस हिसाब नाल प्लानिंग करता, ये नाल की सिलेबस टाइम ते हो पाता। ठीक है, अगला पॉइंट आ जाता सिलैक्शन ऑफ टीचिंग मैथड्स एंड एड्स।
In unit planning, teacher decide in advance which teaching method and teaching aids will be used to teach mathematics units. Method like problem solving, inductive, deductive, activity method are chosen according to the nature of the topic. Teaching aids such as blackboard, charts, models, and geometrical instruments are also selected according to the topic. This helps in clear understanding of concept and makes teaching interesting and effective. ਜਦੋਂ ਆਪਾਂ ਯੂਨਿਟ ਪਲੈਨਿੰਗ ਕਰਦੇ ਹਾਂ, ਟੀਚਰ ਪਹਿਲਾਂ ਤੋਂ ਹੀ ਡਿਸਾਈਡ ਕਰ ਲੈਂਦਾ ਉਹਨੇ ਕਿਹੜਾ ਟੀਚਿੰਗ ਮੈਥਡ ਵਰਤਣਾ ਹੈ, ਠੀਕ ਹੈ, ਅਤੇ ਕਿਹੜੀਆਂ ਏਡਸ ਵਰਤਣੀਆਂ, ਠੀਕ ਹੈ। ਟੀਚਿੰਗ ਮੈਥਡ ਜਿਵੇਂ ਕਿ ਪ੍ਰੋਬਲਮ ਸੋਲਵਿੰਗ, ਇੰਡਕਟਿਵ, ਡਿਡਕਟਿਵ, ਐਕਟੀਵਿਟੀ ਬੇਸਡ, ਇਹ ਜਿਹੜੇ ਟੌਪਿਕ ਦੇ ਹਿਸਾਬ ਨਾਲ ਟੀਚਰ ਪਹਿਲਾਂ ਤੋਂ ਚੂਜ਼ ਕਰਦਾ ਵੀ ਉਹਨੇ ਕਿਹੜੇ ਮੈਥਡ ਨਾਲ ਬੱਚੇ ਨੂੰ ਪੜ੍ਹਾਉਣਾ ਹੈ। ਅਤੇ ਟੀਚਿੰਗ ਏਡਸ ਜਿਵੇਂ ਕਿ ਬਲੈਕਬੋਰਡ, ਚਾਰਟ, ਮਾਡਲ, ਜਮੈਟਰੀਕਲ ਇੰਸਟਰੂਮੈਂਟ, ਇਹ ਵੀ ਟੌਪਿਕ ਦੇ ਹਿਸਾਬ ਨਾਲ ਪਹਿਲਾਂ ਤੋਂ ਡਿਸਾਈਡ ਕਰਦਾ ਵੀ ਉਹਨੇ ਕਿਹੜੀ ਚੀਜ਼ ਦੀ ਜਿਹੜੀ ਟੌਪਿਕ ਨੂੰ ਸਮਝਾਉਣ ਵੇਲੇ ਵਰਤੋਂ ਕਰਨੀ ਹੈ, ਠੀਕ ਹੈ। ਇਹਦੇ ਨਾਲ ਕੀ ਆ, ਪ੍ਰੋਪਰਲੀ ਬੱਚੇ ਸਿੱਖ ਸਕਦੇ ਆ, ਚੰਗੀ ਤਰ੍ਹਾਂ ਸਮਝ ਸਕਦੇ ਆ ਕੰਸੈਪਟ ਨੂੰ, ਅਤੇ ਜਿਹੜੀ ਆਪਣੀ ਟੀਚਿੰਗ ਹੈ ਉਹ ਵੀ ਇਫੈਕਟਿਵ ਹੋ ਜਾਂਦੀ ਹੈ। ਓਕੇ, ਨੈਕਸਟ 8th ਪੁਆਇੰਟ ਆ ਜਾਂਦਾ ਪ੍ਰੋਵੀਜ਼ਨ ਫॉर ਇਵੈਲੂਏਸ਼ਨ। Unit planning includes evaluation work such as unit test, oral and written test, practice work. Evaluation helps in knowing the extent of achievement of objectives. Evaluation ਦਾ ਮਤਲਬ ਹੁੰਦਾ ਮੁਲਾਂਕਣ ਕਰਨਾ, ਠੀਕ ਹੈ। ਆਪਾਂ ਪਤਾ ਕਰਨਾ ਵੀ ਬੱਚਿਆਂ ਨੇ ਕਿੰਨਾ ਸਿੱਖ ਲਿਆ, ਠੀਕ ਹੈ। ਇਹ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ, ਉਹਨਾਂ ਦੇ ਯੂਨਿਟ ਟੈਸਟ ਲੈ ਕੇ, ਔਰਲ ਟੈਸਟ ਲੈ ਕੇ, ਰਿਟਨ ਟੈਸਟ ਲੈ ਕੇ, ਉਹਨਾਂ ਨੂੰ ਪ੍ਰੈਕਟਿਸ ਵਰਕ ਦੇ ਕੇ, ਠੀਕ ਹੈ। ਇਹਦੇ ਨਾਲ ਆਪਾਂ ਨੂੰ ਪਤਾ ਲੱਗ ਜੂਗਾ ਆਪਾਂ ਆਪਣੇ ਕਿੰਨੇ ਓਬਜੈਕਟਿਵ ਅਚੀਵ ਕਰ ਲਏ, ਠੀਕ ਹੈ। Flexibility. Although unit planning is systematic, it is flexible in nature and can be modified according to the classroom situation and learner need. मतलब कहते यूनिट प्लानिंग भावें सिस्टमैटिक है, ठीक है, पर यह फ्लैक्सीबल भी है। फ्लैक्सीबल किवें है, आप इहदे च चेंजिस कर सकते हैं। इट कैन बी मॉडिफाइड अकॉर्डिंग टू क्लासरूम सिचुएशन एंड लर्नर नीड। मतलब क्लासरूम की सिचुएशन के हिसाब नाल ते बच्चों दी लोड़ां दे अनुसार आपां इहदे च चेंजिस लिया सकते हैं, ठीक है। एट लास्ट आप जो भी क्वेश्चन का कोई एंड करना, आप एंड ते की लिखना है, कनक्लूजन। इहदे ते हैडिंग भी दे सकते हो कनक्लूजन, डायरैक्ट भी कनक्लूजन लिख सकते हो, ठीक है। दस यूनिट प्लानिंग इज सिस्टमैटिक planned organized approach to teaching a unit effectively. It helps in proper utilization of time and resources, ensure achievement of objective and make teaching learning process meaningful and effective. यूनिट प्लानिंग सिस्टमैटिक होंगी है, पहला तो प्लैंड होंगी है, ठीक है। इहदे च की है, आप यूनिट जी है इफैक्टिवली टीच करने लई आपां प्लैनिंग पहलां तो करते हैं। इहदे नाल की है, ये आपां नूं हैल्प मिलती है, टाइम प्रॉपर यूटिलाइज करने में हैल्प मिल जाती है। आपां पहलां तो मतलब डिसाइड कर लें आपां कितना टाइम किहड़ी चीज़ नूं देना है, रिसोर्सिस किहड़े यूज़ करने आ, किवें यूज़ करने आ, पहलां तो आपां प्लैन कर लैंदे आ। इहदे नाल आपां नूं आपां अपने ऑब्जैक्टिव अचीव कर पाने आ, जो आपां बच्चों नूं सिखाना चाहुंदे आ, बच्चे सीख सकते हैं जे आप पहला तो प्लैन किया होएगा। तो इहदे नाल अपनी टीचिंग लर्निंग जिहड़ी है मीनिंगफुल ते इफैक्टिव बन जाती है। सो ये अपना क्वेश्चन सीगा। इहदियां फोटोज़ लई तुसी शॉर्ट्स वीडियो देख सकते हो।